ਕੈਂਸਰ ਬਿਮਾਰੀ ਦੇ ਨਾਂ ਤੋਂ ਹੀ ਡਰ ਲੱਗਦਾ ਹੈ। ਕੈਂਸਰ ਵੱਧਦਾ ਵੀ ਜਾ ਰਿਹਾ ਹੈ, ਜਿਸ ਦਾ ਪ੍ਰਮੁੱਖ ਕਾਰਨ ਹੈ ਸ਼ਾਇਦ ਆਪਣਾ ਲਾਈਫਸਟਾਈਲ ਜਿਹੜਾ ਕਿ ਬਦਲਦਾ ਜਾ ਰਿਹਾ ਹੈ, ਵੈਸਟਰਨਾਈਜ਼ ਹੁੰਦਾ ਜਾ ਰਿਹਾ ਹੈ। ज़्यादा तो ज़्यादा जंक बाहर का खाना खाना, स्ट्रैस लेना या फिर फिजिकल एक्टिविटी ना करना, वजन का वधना, जिहड़ी कीटनाशक दवाइयां का ज़्यादा तो ज़्यादा यूज़ हो रहा है, उस करके भी कैंसर वधदा जा रहा है। इंडिया दे विच औरतां दे विच सब तो ज़्यादा मोस्ट कॉमन जिहड़ा कैंसर है वो ब्रैसट कैंसर है। किहा जांदा है कि हर 4 मिनट दे विच एक औरत नूं ब्रैसट कैंसर बारे डायग्नोसिस का पता चलता है। सो ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਬ੍ਰੈਸਟ ਕੈਂਸਰ ਕਿਉਂ ਹੁੰਦਾ ਹੈ, ਇਹਦੇ ਕੀ ਰਿਸਕ ਫੈਕਟਰਸ ਨੇ, ਕੀ ਲੱਛਣ ਨੇ ਤੇ ਆਪਾਂ ਇਸ ਤੋਂ ਕਿਵੇਂ ਬਚਾ ਕਰ ਸਕਦੇ ਹਾਂ। ਮੈਂ ਹਾਂ ਡਾਕਟਰ ਸ਼ਿਵਾਨੀ ਗਰਗ। ਬ੍ਰੈਸਟ ਕੈਂਸਰ ਜੋ ਹੈ ਉਹਦੇ ਰਿਸਕ ਫੈਕਟਰਸ ਕਈ ਤਰ੍ਹਾਂ ਦੇ ਨੇ। ਕਈ ਰਿਸਕ ਫੈਕਟਰਸ ਇਹੋ ਜਿਹੇ ਨੇ ਜੋ ਅਸੀਂ ਬਦਲ ਸਕਦੇ ਹਾਂ, ਕਈ ਇਹੋ ਜਿਹੇ ਰਿਸਕ ਫੈਕਟਰਸ ਹਨ ਜਿਹੜੇ ਆਪਣੇ ਹੱਥ ਵਿੱਚ ਨਹੀਂ ਤੇ ਅਸੀਂ ਨਹੀਂ ਬਦਲ ਸਕਦੇ। जो रिस्क फैक्टर्स ਆਪਾਂ नहीं बदल सकते ਉਹਨਾਂ ਵਿੱਚ ਆਂਦਾ ਹੈ ਸਭ ਤੋਂ ਜ਼ਿਆਦਾ ਪਹਿਲਾਂ ਏਜ। ਜਿਵੇਂ ਜਿਵੇਂ ਔਰਤ ਦੀ ਉਮਰ ਵੱਧਦੀ ਹੈ ਉਦਾਂ ਬ੍ਰੈਸਟ ਕੈਂਸਰ ਦਾ ਰਿਸਕ ਵੱਧਦਾ ਜਾਂਦਾ ਹੈ। ਉਹਨਾਂ ਔਰਤਾਂ ਦੇ ਵਿੱਚ ਜਿਨ੍ਹਾਂ ਦਾ ਪੀਰੀਅਡ ਪਹਿਲਾਂ ਸ਼ੁਰੂ ਹੋ ਚੁੱਕਿਆ ਹੈ ਤੇ ਪੀਰੀਅਡਸ ਅੰਤ ਤੱਕ ਐਂਡ ਤੱਕ ਲੇਟ ਚੱਲਦੇ ਰਹਿੰਦੇ ਨੇ, ਜਿੰਨਾ ਟਾਈਮ ਗੈਪ ਇਹ ਪੀਰੀਅਡਸ ਦਾ ਚੱਲਦਾ ਰਹਿੰਦਾ ਹੈ ਉਨਾ ਹੀ ਰਿਸਕ ਫੈਕਟਰ ਵੀ ਬ੍ਰੈਸਟ ਕੈਂਸਰ ਦਾ ਵੱਧਦਾ ਜਾਂਦਾ ਹੈ। ਇਸ ਤੋਂ ਇਲਾਵਾ ਕਈ ਵਾਰ ਸਾਡੇ ਜੈਨੇਟਿਕ ਰੀਜ਼ਨ ਕਰਕੇ ਕੋਈ ਇਹੋ ਜਿਹੇ ਜੀਨਸ ਹੁੰਦੇ ਨੇ ਜਿਹਦੇ ਕਰਕੇ ਬ੍ਰੈਸਟ ਕੈਂਸਰ ਦਾ ਰਿਸਕ ਤੁਹਾਡੇ ਦੇ ਵਿੱਚ ਵੱਧ ਜਾਂਦਾ ਹੈ, ਜਾਂ ਫਿਰ ਤੁਹਾਡਾ ਕੋਈ ਰਿਲੇਟਿਵ ਜਿਹਨੂੰ ਕੋਈ ਬ੍ਰੈਸਟ ਕੈਂਸਰ ਜਾਂ ਫਿਰ ਆਂਤੜੀਆਂ ਦਾ ਕੈਂਸਰ ਜਾਂ ਫਿਰ ਬੱਚੇਦਾਨੀ ਦਾ ਕੈਂਸਰ ਵੀ ਰਹਿ ਚੁੱਕਿਆ ਹੈ, ਉਦੋਂ ਉਸ ਕਰਕੇ ਵੀ ਤੁਹਾਡੇ ਦੇ ਵਿੱਚ ਰਿਸਕ ਫੈਕਟਰ ਬ੍ਰੈਸਟ ਦਾ ਵੱਧ ਜਾਂਦਾ ਹੈ। ਰਿਲੇਟਿਵ ਤੋਂ ਮਤਲਬ ਮੇਰਾ ਹੈ ਜਿਹੜਾ ਤੁਹਾਡਾ ਕੋਈ ਫਰਸਟ ਡਿਗਰੀ ਜਾਂ ਸੈਕੰਡ ਡਿਗਰੀ ਰਿਲੇਟਿਵ ਹੋਵੇ, ਜਾਂ ਤੁਹਾਡੀ ਤੋਂ ਇੱਕ ਜਨਰੇਸ਼ਨ ਪਹਿਲਾਂ ਜਾਂ ਐਟਲੀਸਟ 2 ਜਨਰੇਸ਼ਨਸ ਪਹਿਲਾਂ ਦਾ ਕੋਈ ਰਿਲੇਟਿਵ ਨੂੰ ਬ੍ਰੈਸਟ ਕੈਂਸਰ ਰਹਿ ਚੁੱਕਿਆ ਹੋਵੇ ਤਾਂ ਤੁਹਾਨੂੰ ਵੀ ਰਿਸਕ ਫੈਕਟਰ ਵੱਧ ਜਾਂਦਾ ਹੈ। ਇਸ ਤੋਂ ਇਲਾਵਾ ਹੁਣ ਜੇ ਆਪਾਂ ਰਿਸਕ ਫੈਕਟਰਸ ਦੀ ਗੱਲ ਕਰੀਏ ਜਿਹੜੇ ਆਪਾਂ ਆਪਣੇ ਹੱਥ ਵਿੱਚ ਨੇ, ਜਿਹੜੇ ਆਪਾਂ ਬਦਲ ਸਕਦੇ ਹਾਂ, ਉਹਨਾਂ ਵਿੱਚ ਆਂਦਾ ਹੈ ਸਭ ਤੋਂ ਪਹਿਲਾਂ ਮੋਟਾਪਾ। ਜਿਵੇਂ ਜਿਵੇਂ ਮੋਟਾਪਾ ਹੈ, ਜੇ ਓਬੈਸਿਟੀ ਹੈ, ਜਿੰਨਾ ਵਜ਼ਨ ਹੋਏਗਾ ਬ੍ਰੈਸਟ ਕੈਂਸਰ ਦਾ ਰਿਸਕ ਉਨਾ ਹੀ ਵੱਧ ਹੈ। ਇਸ ਤੋਂ ਇਲਾਵਾ ਆਂਦਾ ਹੈ ਐਲਕੋਹਲ ਯਾਨੀ ਕਿ ਸ਼ਰਾਬ ਦਾ ਕੰਜ਼ੰਪਸ਼ਨ ਜਾਂ ਫਿਰ ਸਮੋਕਿੰਗ, ਉਹ ਵੀ ਰਿਸਕ ਫੈਕਟਰ ਬ੍ਰੈਸਟ ਕੈਂਸਰ ਨੂੰ ਵਧਾ ਦਿੰਦੇ ਨੇ। ਇਸ ਤੋਂ ਇਲਾਵਾ ਜਿਹੜੀਆਂ ਔਰਤਾਂ ਦੇ ਵਿੱਚ ਕਦੀ ਵੀ ਲਾਈਫ ਵਿੱਚ ਕੋਈ ਪ੍ਰੈਗਨੈਂਸੀ ਨਹੀਂ ਹੋਈ ਜਾਂ ਫਿਰ ਜੇ ਪ੍ਰੈਗਨੈਂਸੀ ਹੋਈ ਹੈ ਤਾਂ 35 ਸਾਲ ਦੀ ਉਮਰ ਤੋਂ ਬਾਅਦ ਹੋਈ ਹੈ ਤਾਂ ਵੀ ਰਿਸਕ ਵੱਧ ਜਾਂਦਾ ਹੈ। ਇਸ ਤੋਂ ਇਲਾਵਾ ਜੋ ਔਰਤਾਂ ਨੇ ਕਦੀ ਵੀ ਬ੍ਰੈਸਟ ਫੀਡਿੰਗ ਨਹੀਂ ਕੀਤੀ ਉਹਨਾਂ ਦੇ ਵਿੱਚ ਵੀ ਬ੍ਰੈਸਟ ਕੈਂਸਰ ਦਾ ਰਿਸਕ ਵੱਧ ਜਾਂਦਾ ਹੈ। ਯਾਨੀ ਕਿ ਬ੍ਰੈਸਟ ਫੀਡਿੰਗ ਤੁਹਾਨੂੰ ਬ੍ਰੈਸਟ ਕੈਂਸਰ ਤੋਂ ਬਚਾਉਂਦੀ ਹੈ। ਕਈ ਔਰਤਾਂ ਨੂੰ ਇਸ ਤਰ੍ਹਾਂ ਦਾ ਅੰਧ ਵਿਸ਼ਵਾਸ ਹੈ ਕਿ ਜੇ ਉਹ ਬ੍ਰੈਸਟ ਫੀਡ ਕਰਨਗੇ ਤਾਂ ਉਹਨਾਂ ਦੀ ਬੋਡੀ ਫਿਗਰ ਚੇਂਜ ਹੋਏਗੀ ਤੇ ਉਹ ਬ੍ਰੈਸਟ ਫੀਡਿੰਗ ਅਵੋਇਡ ਕਰਦੇ ਨੇ। ਪਰ ਬ੍ਰੈਸਟ ਫੀਡਿੰਗ ਜਿੰਨੀ ਦੇਰ ਤੱਕ ਕੀਤੀ ਜਾਵੇ ਉਨਾ ਹੀ ਤੁਸੀਂ ਬ੍ਰੈਸਟ ਕੈਂਸਰ ਤੋਂ ਬਚਦੇ ਜਾਂਦੇ ਹੋ। ਬ੍ਰੈਸਟ ਕੈਂਸਰ ਨੂੰ ਪਛਾਣਨ ਦਾ ਕੀ ਤਰੀਕਾ ਹੈ, ਆਪਾਂ ਨੂੰ ਕਿਵੇਂ ਪਤਾ ਚੱਲੇਗਾ ਕਿ ਬ੍ਰੈਸਟ ਕੈਂਸਰ ਦੇ ਲੱਛਣ ਆ ਰਹੇ ਨੇ? ਜੋ ਸਭ ਤੋਂ ਮੋਸਟ ਕਾਮਨ ਲੱਛਣ ਹੁੰਦਾ ਹੈ ਉਹ ਇਹ ਹੈ ਕਿ ਬ੍ਰੈਸਟ ਦੇ ਵਿੱਚ ਕਈ ਵਾਰੀ ਪੇਨ ਹੋਣਾ ਸ਼ੁਰੂ ਹੋ ਜਾਂਦਾ ਹੈ। ਸੋ ਕਈ ਵਾਰੀ ਜੋ ਪੇਨ ਹੁੰਦਾ ਹੈ, ਹਰ ਵਾਰ ਡਰਨ ਦੀ ਲੋੜ ਨਹੀਂ। ਹਰ ਤਰ੍ਹਾਂ ਦਾ ਬ੍ਰੈਸਟ ਪੇਨ ਜੋ ਹੈ ਉਹ ਬ੍ਰੈਸਟ ਕੈਂਸਰ ਵੱਲ ਪੁਆਇੰਟ ਆਊਟ ਨਹੀਂ ਕਰਦਾ। ਕਈ ਵਾਰ ਬ੍ਰੈਸਟ ਪੇਨ ਕਈ ਹੋਰ ਰੀਜ਼ਨਸ ਕਰਕੇ ਵੀ ਹੁੰਦਾ ਹੈ, ਪਰ ਹਾਂ ਜੇ ਬ੍ਰੈਸਟ ਪੇਨ ਹੋ ਰਿਹਾ ਹੈ ਤਾਂ ਤੁਸੀਂ ਆਪਣਾ ਬ੍ਰੈਸਟ ਕੈਂਸਰ ਦੇ ਲਈ ਚੈੱਕਅਪ ਜ਼ਰੂਰ ਕਰਵਾਓ। ਦੂਜਾ ਜਿਹੜਾ ਲੱਛਣ ਹੈ ਉਹਦੇ ਵਿੱਚ ਤੁਹਾਨੂੰ ਬ੍ਰੈਸਟ ਦੇ ਵਿੱਚ ਕੋਈ ਮਾਸ ਜਾਂ ਫਿਰ ਲੰਪ, ਕੁਝ ਗਿਲਟੀ ਮਹਿਸੂਸ ਕਰ ਸਕਦੇ ਹੋ ਇੱਕ ਜਾਂ ਦੋਨੋਂ ਬ੍ਰੈਸਟ ਦੇ ਵਿੱਚ। ਇਸ ਤੋਂ ਇਲਾਵਾ ਨਿੱਪਲ ਦੇ ਵਿੱਚੋਂ ਡਿਸਚਾਰਜ ਆਣਾ, ਡਿਸਚਾਰਜ ਯਾਨੀ ਕਿ ਜੋ ਕੋਈ ਪਾਣੀ ਵਾਂਗੂ ਜਾਂ ਬਲੱਡ ਵਾਂਗੂ ਜਾਂ ਦੁੱਧ ਵਾਂਗੂ ਡਿਸਚਾਰਜ ਦਾ ਆਣਾ, ਉਹ ਵੀ ਇੱਕ ਲੱਛਣ ਹੈ ਬ੍ਰੈਸਟ ਕੈਂਸਰ ਦਾ। ਪਰ ਹਰ ਤਰ੍ਹਾਂ ਦਾ ਡਿਸਚਾਰਜ ਬ੍ਰੈਸਟ ਕੈਂਸਰ ਵੱਲ ਪੁਆਇੰਟ ਆਊਟ ਨਹੀਂ ਕਰਦਾ, ਇਸ ਲਈ ਡਰਨ ਦੀ ਲੋੜ ਨਹੀਂ। ਜੇ ਤੁਹਾਨੂੰ ਕੋਈ ਇਸ ਤਰ੍ਹਾਂ ਦਾ ਲੱਛਣ ਹੈ ਤਾਂ ਜਾ ਕੇ ਆਪਣਾ ਟੈਸਟ ਕਰਵਾਓ। ਇਸ ਤੋਂ ਇਲਾਵਾ ਕਈ ਵਾਰ ਬ੍ਰੈਸਟ ਦੇ ਵਿੱਚ ਜਿਹੜੀ ਉੱਤੇ ਸਕਿਨ ਹੁੰਦੀ ਹੈ ਬ੍ਰੈਸਟ ਦੇ ਉੱਤੇ, ਉਹਦੇ ਉੱਤੇ ਜਿਵੇਂ ਇੱਕ ਸੰਤਰੇ ਦਾ ਛਿਲਕਾ ਹੁੰਦਾ ਹੈ ਉਸ ਤਰ੍ਹਾਂ ਕਰਕੇ ਗੱਡੇ ਪੈ ਜਾਂਦੇ ਨੇ, ਉਹ ਵੀ ਇੱਕ ਨਿਸ਼ਾਨ ਹੈ ਬ੍ਰੈਸਟ ਕੈਂਸਰ ਦਾ। ਕਈ ਵਾਰ ਬ੍ਰੈਸਟ ਦਾ ਸਾਈਜ਼ ਜਿਹੜਾ ਹੈ ਉਹ ਡਿਫਰੈਂਟ ਹੋ ਜਾਂਦਾ ਹੈ, ਇੱਕ ਬ੍ਰੈਸਟ ਦੂਜੀ ਬ੍ਰੈਸਟ ਤੋਂ ਵੱਡੀ ਦਿਖਦੀ ਹੈ, ਇਹ ਵੀ ਇੱਕ ਸਾਈਨ ਹੈ ਬ੍ਰੈਸਟ ਕੈਂਸਰ ਦਾ। ਪਰ ਇਹ ਜਾਣਨਾ ਜ਼ਰੂਰੀ ਹੈ ਕਿ ਬ੍ਰੈਸਟ ਕੈਂਸਰ ਕਈ ਵਾਰ ਕਈ ਸਾਲਾਂ ਤੱਕ ਪਤਾ ਹੀ ਨਹੀਂ ਚੱਲਦਾ, ਉਹਦਾ ਕੋਈ ਲੱਛਣ ਹੀ ਨਹੀਂ ਹੁੰਦਾ। ਸੋ ਜੇ ਇਸ ਤਰ੍ਹਾਂ ਦੀ ਕੋਈ ਗੱਲ ਹੋਈ ਜਦੋਂ ਆਪਾਂ ਨੂੰ ਪਤਾ ਹੀ ਨਹੀਂ ਚੱਲ ਰਿਹਾ ਕਿ ਕੋਈ ਲੱਛਣ ਹੈ, ਤਾਂ ਆਪਾਂ ਕਿਵੇਂ ਜਾਣੀਏ ਕਿ ਬ੍ਰੈਸਟ ਕੈਂਸਰ ਬਣਦਾ ਤਾਂ ਨਹੀਂ ਜਾ ਰਿਹਾ? ਸੋ ਇਹਦੇ ਲਈ ਇੱਥੇ ਹੀ ਆਉਂਦੀ ਹੈ ਲੋੜ ਬ੍ਰੈਸਟ ਕੈਂਸਰ ਦੀ ਸਕਰੀਨਿੰਗ ਦੀ। ਤਾਂ ਸਕਰੀਨਿੰਗ ਲਈ ਇਹਦੇ ਲਈ 3 ਤਰੀਕੇ ਨੇ। ਇੱਕ ਤਾਂ ਹੈ ਸੈਲਫ ਬ੍ਰੈਸਟ ਐਗਜ਼ਾਮੀਨੇਸ਼ਨ, ਯਾਨੀ ਕਿ ਤੁਸੀਂ ਆਪ ਆਪਣੇ ਬ੍ਰੈਸਟ ਦਾ ਚੈੱਕਅਪ ਕਰੋ। ਸੋ ਇਹ ਸਭ ਤੋਂ ਹੀ ਆਸਾਨ ਤੇ ਸਭ ਤੋਂ ਵਧੀਆ ਤਰੀਕਾ ਹੈ, ਪਰ ਜੋ ਪ੍ਰੋਬਲਮ ਇਹ ਹੈ ਕਿ ਇੰਡੀਆ ਦੇ ਵਿੱਚ ਆਮ ਤੌਰ ਤੇ ਇਸ ਚੀਜ਼ ਲਈ ਅਵੇਅਰਨੈਸ ਨਹੀਂ,
कोई भी लेडी इस चीज़ ते ज़्यादा ध्यान नहीं दिंदी ते अपना सैल्फ ब्रैस्ट एग्जामिनेशन ज़्यादा चंगी तरह नहीं कर पाते। बट सैल्फ ब्रैस्ट एग्जामिनेशन सिर्फ 5 मिनट का काम होंदा है। जो भी तुसी एग्जामिनेशन करना है वो तुसी अपने पीरियड्स दे, जो पीरियड्स खत्म हो चुके ने, हर महीने पीरियड्स दे खत्म होने ते तुसी एक बार ज़रूर चैकअप करो अपनी ब्रैस्ट का। तो ये तुसी शुरुआत करो अपनी 20 तो लैके 25 साल की उम्र दे विच। हर महीने ब्रैस्ट का चैकअप करो। ब्रैस्ट नूं चैक करन लई एक पहला सब तो पहला तुसी अपना मिरर दे विच एक शीशे दे विच खड़े होके ब्रैस्ट का साइज़ चैक करो कि एक ब्रैस्ट दूजी साइड की ब्रैस्ट तो वड्डी तां नहीं। दूसरी चीज़, कोई गिल्टी या मास लभन दे लई ब्रैस्ट नूं अपनी तलियां, जिहड़ा ए वाली फिंगर है हत्थ दे, ਉਹਦੇ ਨਾਲ ऐदां करके टच करना है सारी ब्रैस्ट नूं कि कोई गिल्टी या मास तो महसूस नहीं कर रहे। जेकर कोई महसूस करते हो तो ਉਹਦਾ तुरंत जाके चैकअप करवाया जाए। ये है सैल्फ ब्रैस्ट एग्जामिनेशन। जिन्ना औरतां दे पीरियड्स बंद हो चुके ने ਉਹ ਮਹੀਨੇ ਦੇ ਵਿੱਚ ਇੱਕ ਦਿਨ, ਕੋਈ ਵੀ ਇੱਕ ਦਿਨ ਚੁਣ ਲੈਣ, ਕੋਈ ਵੀ ਇੱਕ ਡੇਟ ਚੂਜ਼ ਕਰ ਲੈਣ ਕਿ ਇਸ ਡੇਟ ਨੂੰ ਮੈਂ ਆਪਣਾ ਚੈੱਕਅਪ ਜ਼ਰੂਰ ਕਰਨਾ ਹੈ। ਸੈਲਫ ਬ੍ਰੈਸਟ ਐਗਜ਼ਾਮੀਨੇਸ਼ਨ ਇਹਨੂੰ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਜੇ ਤੁਹਾਨੂੰ ਕੋਈ ਵੀ ਡਾਊਟ ਹੁੰਦਾ ਹੈ ਜਾਂ ਫਿਰ ਜੇ ਤੁਸੀਂ ਸੈਲਫ ਬ੍ਰੈਸਟ ਐਗਜ਼ਾਮੀਨੇਸ਼ਨ ਨਹੀਂ ਕਰ ਸਕਦੇ ਜਾਂ ਤੁਸੀਂ ਕੰਫਰਟੇਬਲ ਨਹੀਂ ਹੋ ਤਾਂ ਸਾਲ ਦੇ ਵਿੱਚ ਇੱਕ ਵਾਰ ਜਾ ਕੇ ਕਿਸੇ ਡਾਕਟਰ ਜਾਂ ਕਿਸੇ ਨਰਸ ਕੋਲ ਐਟਲੀਸਟ ਆਪਣਾ ਬ੍ਰੈਸਟ ਦਾ ਐਗਜ਼ਾਮੀਨੇਸ਼ਨ ਜ਼ਰੂਰ ਕਰਵਾਇਆ ਜਾਏ। ਉਹਨੂੰ ਕਿਹਾ ਜਾਂਦਾ ਹੈ ਕਲੀਨਿਕਲ ਬ੍ਰੈਸਟ ਐਗਜ਼ਾਮੀਨੇਸ਼ਨ, ਯਾਨੀ ਕਿ ਕੋਈ ਹੋਰ ਤੁਹਾਡਾ ਕੋਈ ਬ੍ਰੈਸਟ ਐਗਜ਼ਾਮਿਨ ਕਰ ਰਿਹਾ ਹੈ। ਇਸ ਤੋਂ ਇਲਾਵਾ ਤੀਜਾ ਤਰੀਕਾ ਹੈ ਜੋ ਸਭ ਤੋਂ ਸੇਫ ਤਰੀਕਾ ਵੀ ਕਿਹਾ ਹੈ, ਉਹ ਹੈ ਮੈਮੋਗ੍ਰਾਫੀ। ਮੈਮੋਗ੍ਰਾਫੀ ਬਹੁਤ ਸੇਫ ਹੈ। ਇਹਦੇ ਵਿੱਚ ਜ਼ਿਆਦਾ ਕੋਈ ਪ੍ਰੋਬਲਮ ਨਹੀਂ ਆਉਂਦੀ। ਆਰਾਮ ਨਾਲ ਇਹ ਟੈਸਟ ਤੁਹਾਡੇ ਆਲੇ ਦੁਆਲੇ ਹਰ ਜਗ੍ਹਾ 'ਤੇ ਅਵੇਲੇਬਲ ਹੈ ਅਤੇ ਇਹਦੇ ਵਿੱਚ ਕੋਈ ਇੱਦਾਂ ਨਹੀਂ ਕਿ ਰੇਡੀਏਸ਼ਨ ਵਗੈਰਾ ਬਹੁਤ ਜ਼ਿਆਦਾ ਐਕਸਪੋਜ਼ਰ ਹੁੰਦਾ ਹੈ ਅਤੇ 5 ਤੋਂ 10 ਮਿੰਟ ਇਸ ਟੈਸਟ ਵਿੱਚ ਲੱਗਦੇ ਨੇ। ਇਹ ਟੈਸਟ ਦੇ ਵਿੱਚ ਬ੍ਰੈਸਟ ਦਾ ਐਕਸਰੇ ਲਿੱਤਾ ਜਾਂਦਾ ਹੈ ਤੇ ਦੇਖਿਆ ਜਾਂਦਾ ਹੈ ਕੋਈ ਮਾਸ, ਕੋਈ ਗਿਲਟੀ, ਕੋਈ ਹੋਰ ਪਰੇਸ਼ਾਨੀ ਤਾਂ ਨਹੀਂ ਬਣਦੀ ਜਾ ਰਹੀ। ਸੋ ਤੁਸੀਂ ਕਦੋਂ ਸ਼ੁਰੂ ਕਰੋ ਮੈਮੋਗ੍ਰਾਫੀ ਕਰਵਾਉਣਾ? ਜੇ ਤੁਹਾਨੂੰ ਕੋਈ ਰਿਸਕ ਫੈਕਟਰ ਨਹੀਂ ਹੈ ਤਾਂ 45 ਸਾਲ ਦੀ ਉਮਰ ਤੋਂ ਬਾਅਦ ਤੁਸੀਂ ਇਹ ਮੈਮੋਗ੍ਰਾਫੀ ਹਰ ਸਾਲ ਕਰਵਾਉਣੀ ਹੈ। 75 ਉਮਰ ਦੀ ਉਮਰ ਤੱਕ ਹਰ ਸਾਲ ਤੁਸੀਂ ਕਰਵਾਓਗੇ। ਜੇ ਬ੍ਰੈਸਟ ਵਿੱਚ ਕੋਈ ਵੀ ਪ੍ਰੋਬਲਮ ਬਣਦੀ ਜਾ ਰਹੀ ਹੈ ਤਾਂ ਉਹ ਛੇਤੀ ਪਿਕਅਪ ਹੋ ਜਾਂਦੀ ਹੈ ਇੱਕ ਮੈਮੋਗ੍ਰਾਫੀ ਰਾਹੀਂ। ਸੋ ਮੈਮੋਗ੍ਰਾਫੀ ਜੋ ਹੈ ਉਹ ਤੁਸੀਂ ਉਦੋਂ ਕਰਵਾਉਣੀ ਹੈ ਜਦੋਂ ਤੁਹਾਨੂੰ ਆਪ ਨੂੰ ਕੋਈ ਪ੍ਰੋਬਲਮ ਨਹੀਂ ਆ ਰਹੀ ਜਾਂ ਆਪ ਨੂੰ ਕੋਈ ਲੱਛਣ ਨਹੀਂ ਆ ਰਿਹਾ ਜਾਂ ਕੋਈ ਗਿਲਟੀ ਮਹਿਸੂਸ ਨਹੀਂ ਕਰ ਰਹੇ। ਸੋ ਇਹ ਇੱਕ ਸਕਰੀਨਿੰਗ ਦਾ ਤਰੀਕਾ ਹੈ ਤਾਂ ਕਿ ਜੇ ਪਹਿਲਾਂ ਕੋਈ ਬ੍ਰੈਸਟ ਕੈਂਸਰ ਬਣ ਰਿਹਾ ਹੈ ਤੇ ਉਹ ਸ਼ੁਰੂਆਤ ਦੇ ਸਟੇਜ ਵਿੱਚ ਹੀ ਫੜਿਆ ਜਾਏ। ਸੋ ਹੁਣ ਇਹ ਤਰੀਕੇ ਨੇ ਆਪਾਂ ਜਿਸ ਨਾਲ ਬ੍ਰੈਸਟ ਕੈਂਸਰ ਤੋਂ ਆਪਣੇ ਆਪ ਨੂੰ ਪ੍ਰੀਵੈਂਟ ਕਰ ਸਕਦੇ ਹਾਂ ਜਾਂ ਫਿਰ ਜੇ ਹੋ ਰਿਹਾ ਹੈ ਬ੍ਰੈਸਟ ਕੈਂਸਰ ਤਾਂ ਉਹਨੂੰ ਟਾਈਮ ਸਿਰ ਫੜ ਕੇ ਉਹਦੀ ਟ੍ਰੀਟਮੈਂਟ ਲਈ ਆਪਾਂ ਜਾ ਸਕਦੇ ਹਾਂ। ਟ੍ਰੀਟਮੈਂਟ ਦੀ ਗੱਲ ਕਰੀਏ ਤਾਂ ਲੋਕਾਂ ਦੇ ਮਨ ਵਿੱਚ ਇਹ ਅੰਧ ਵਿਸ਼ਵਾਸ ਜ਼ਰੂਰ ਹੈ ਕਿ ਜੇ ਬ੍ਰੈਸਟ ਕੈਂਸਰ ਦਾ ਡਾਇਗਨੋਸਿਸ ਆਪਾਂ ਨੂੰ ਪਤਾ ਚੱਲ ਜਾਏਗਾ ਤਾਂ ਸਾਰੀ ਬ੍ਰੈਸਟ ਜਿਹੜੀ ਹੈ ਉਹ ਰਿਮੂਵ ਕਰਨੀ ਪਏਗੀ। ਪਰ ਇਹ ਇੱਦਾਂ ਦੀ ਗੱਲ ਨਹੀਂ ਹੈ। ਜਿੰਨਾ ਛੇਤੀ ਬ੍ਰੈਸਟ ਕੈਂਸਰ ਦਾ ਪਤਾ ਚੱਲੇਗਾ, ਜਿੰਨੀ ਇਨੀਸ਼ੀਅਲ ਸਟੇਜ ਦੇ ਵਿੱਚ ਪਤਾ ਚੱਲੇਗਾ, ਸਟੇਜ 1 ਜਾਂ ਸਟੇਜ 2 ਦੇ ਵਿੱਚ ਪਤਾ ਚੱਲੇਗਾ, ਉਨੀ ਹੀ ਵਧੀਆ ਆਪਾਂ ਸਰਜਰੀ ਜੋ ਹੈ ਉਹ ਕਰ ਸਕਦੇ ਹਾਂ। ਬ੍ਰੈਸਟ ਕੰਜ਼ਰਵੇਸ਼ਨ ਸਰਜਰੀ ਕਿਹਾ ਜਾਂਦਾ ਹੈ, ਜਿਸ ਵਿੱਚ ਸਾਰੀ ਬ੍ਰੈਸਟ ਰਿਮੂਵ ਨਹੀਂ ਕੀਤੀ ਜਾਂਦੀ, ਸਿਰਫ ਉਨਾ ਹੀ ਪਾਰਟ ਰਿਮੂਵ ਕੀਤਾ ਜਾਂਦਾ ਹੈ ਜਿਹੜਾ ਕੈਂਸਰ ਦੇ ਨਾਲ ਪੀੜਿਤ ਹੈ ਤੇ ਇਸ ਕਰਕੇ ਪੂਰਾ ਬ੍ਰੈਸਟ ਰਿਮੂਵ ਨਹੀਂ ਕੀਤਾ ਜਾਂਦਾ। ਇਹ ਉਦੋਂ ਹੈ ਜਦੋਂ ਆਪਾਂ ਨੂੰ ਬ੍ਰੈਸਟ ਕੈਂਸਰ ਬਾਰੇ ਛੇਤੀ ਪਤਾ ਚੱਲ ਰਿਹਾ ਹੈ। ਜੇ ਐਡਵਾਂਸ ਸਟੇਜ ਦੇ ਵਿੱਚ ਪਤਾ ਚੱਲਦਾ ਹੈ ਤਾਂ ਵੀ ਟ੍ਰੀਟਮੈਂਟ ਦੀਆਂ ਆਪਸ਼ਨਸ ਨੇ। ਉਸ ਵਿੱਚ ਬ੍ਰੈਸਟ ਰਿਮੂਵ ਕੀਤੀ ਜਾਂਦੀ ਹੈ, ਕਈ ਵਾਰੀ ਕੀਮੋਥੈਰੇਪੀ ਜਾਂ ਰੇਡੀਓਥੈਰੇਪੀ ਦੇਣ ਦੀ ਲੋੜ ਪੈਂਦੀ ਹੈ ਤੇ ਅੱਜਕੱਲ ਕਈ ਦਵਾਈਆਂ ਵੀ ਅਵੇਲੇਬਲ ਨੇ ਬ੍ਰੈਸਟ ਕੈਂਸਰ ਨੂੰ ਠੀਕ ਕਰਨ ਲਈ। ਸੋ ਜੋ ਇਹਦੀ ਟ੍ਰੀਟਮੈਂਟ ਦਾ ਸਕਸੈਸ ਹੈ, ਜੇ ਆਪਾਂ ਸਟੇਜ 1 ਦੇ ਵਿੱਚ, ਪਹਿਲੀ ਸਟੇਜ ਦੇ ਵਿੱਚ ਜਾਂ ਇਨੀਸ਼ੀਅਲ ਸਟੇਜ ਦੇ ਵਿੱਚ ਬ੍ਰੈਸਟ ਕੈਂਸਰ ਨੂੰ ਫੜ ਲੈਂਦੇ ਹਾਂ ਤਾਂ ਇਹਦਾ ਰਿਕਵਰੀ ਰੇਟ ਆਲਮੋਸਟ 95 ਤੋਂ ਲੈ ਕੇ 96% ਤੱਕ ਹੈ। ਸੋ ਇਹ ਕਾਫੀ ਅੱਛਾ ਹੈ ਕਿਸੇ ਵੀ ਕੈਂਸਰ ਦੇ ਹਿਸਾਬ ਦੇ ਨਾਲ। ਇਸ ਲਈ ਬ੍ਰੈਸਟ ਕੈਂਸਰ ਤੋਂ ਬਚਣ ਦਾ, ਬ੍ਰੈਸਟ ਕੈਂਸਰ ਤੋਂ ਅੱਗੇ ਆਪਣੀ ਲਾਈਫ ਠੀਕ ਰੱਖਣ ਦਾ ਇੱਕੋ ਇੱਕ ਜਿਹੜਾ ਕੀ ਹੈ ਉਹ ਇਹ ਹੈ ਕਿ ਆਪਾਂ ਇਸ ਚੀਜ਼ ਨੂੰ ਛੇਤੀ ਫੜੀਏ, ਛੇਤੀ ਇਸ ਬਾਰੇ ਜਾਣੀਏ ਤਾਂ ਕਿ ਜੋ ਬ੍ਰੈਸਟ ਕੈਂਸਰ ਆਪਣੇ ਇੰਡੀਆ ਦੇ ਵਿੱਚ ਇੰਨਾ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ ਉਸ ਨੂੰ ਆਪਾਂ ਰੋਕ ਸਕੀਏ।